ANB ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਫਿਰ ਦੱਸਾਂਗੇ ਕਿ ਪੰਜਾਬ ਦੇ ਵਿੱਚ ਹੁਣ ਤੱਕ ਕਰੋਨਾ ਨੂੰ ਲੈ ਕੇ ਕਿੰਨੇ ਕੇਸ ਹੋ ਚੁੱਕੇ ਨੇ, ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੇਸ ਨੇ ਔਰ ਕਿੰਨੇ ਜਿਹੜੇ ਲੋਕ ਆ ਉਹ ਘਰੋਂ ਠੀਕ ਹੋ ਗਏ ਨੇ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਕਰੋਨਾ ਨੂੰ ਲੈ ਕੇ ਹੁਣ ਤੱਕ ਕੀ ਕਦਮ ਚੁੱਕੇ ਨੇ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ। ਲੇਕਿਨ ਇਸ ਤੋਂ ਪਹਿਲਾਂ ਇੱਕ ਹੋਰ ਚਿੰਤਾ ਦੀ ਗੱਲ, ਹਾਲਾਂਕਿ ਕਰੋਨਾ ਮਹਾਮਾਰੀ ਵੀ ਇੱਕ ਬਹੁਤ ਵੱਡੀ ਚਿੰਤਾ, ਇਹਦੇ ਨਾਲ ਬਹੁਤ ਸਾਰੀਆਂ ਦਰਪੇਸ਼ ਔਕੜਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ, ਲੇਕਿਨ ਇੱਕ ਨਵੀਂ ਜਿਹੜੀ ਦੇਖਣ ਨੂੰ ਆ ਰਹੀ ਆ, ਪੱਖ ਦੇਖਣ ਨੂੰ ਆ ਰਿਹਾ, ਉਹ ਹੈ ਕਿ ਔਰਤਾਂ ਦੇ ਖਿਲਾਫ ਘਰੇਲੂ ਅਤਿਆਚਾਰ ਦੇ ਕੇਸ ਵਧੇ ਨੇ। ਇਹ ਵੀ ਚਿੰਤਾਜਨਕ ਨੇ ਔਰ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈਗਾ ਕਿ ਕੀ ਘਰ ਦੇ ਵਿੱਚ ਮੀਆਂ ਬੀਬੀ ਇਸ ਔਖੀ ਘੜੀ ਦੇ ਵਿੱਚ, ਇਸ ਵਿਪਤਾ ਦੀ ਘੜੀ ਦੇ ਵਿੱਚ ਆਪਸ ਦੇ ਵਿੱਚ ਕਿਉਂ ਖੈਬੜ ਰਹੇ ਨੇ। ਕੀ ਦੇਸ਼ ਅੰਦਰ, ਪੰਜਾਬ ਅੰਦਰ ਡਿਪਰੈਸ਼ਨ ਦੇ ਕੇਸ ਵੱਧ ਰਹੇ ਨੇ, ਤੇ ਜੇ ਉਹ ਕੇਸ ਵੱਧ ਰਹੇ ਨੇ ਕੀ ਇਹ ਲੜਾਈ ਝਗੜਾ ਜਿਹੜੀ ਡਿਪਰੈਸ਼ਨ ਆ ਉਹ ਮੀਆਂ ਬੀਬੀ ਦਾ ਲੜਾਈ ਝਗੜਾ ਬਣ ਰਿਹਾ ਅੱਗੇ, ਜਾਂ ਮਾਂ ਪੁੱਤ ਜਾਂ ਪਿਓ ਪੁੱਤ ਦਾ, ਜਾਂ ਫਿਰ ਪਤਨੀ ਤੇ ਪਤੀ ਦਾ, ਜਾਂ ਫਿਰ ਭੈਣ ਭਰਾ ਦਾ। ਲੇਕਿਨ ਜਿਹੜੇ ਅੰਕੜੇ ਆਏ ਨੇ ਸੂਬੇ ਦੇ DGP ਦਿਨਕਰ ਗੁਪਤਾ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ, ਉਹ ਸਮਾਜ ਨੂੰ ਇੱਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਰਹੇ ਨੇ। ਜੋ ਡਿਪਾਰਟਮੈਂਟ ਵੱਲੋਂ ਜਾਣਕਾਰੀ ਦਿੱਤੀ ਗਈ ਨੇ ਉਹ ਤੁਹਾਨੂੰ ਦੱਸਦੇ ਆ ਕਿ ਆਖਰ ਕਿਹੜੀ ਵਜ੍ਹਾ ਔਰ ਹੁਣ DGP ਵੱਲੋਂ ਕੀ ਕਦਮ ਚੁੱਕੇ ਜਾਣਗੇ ਇਸ ਮੁਤਲਕ, ਕਿਉਂਕਿ ਬਹੁਤ ਹੀ ਚਿੰਤਾਜਨਕ ਆ। ਔਰ ਸਭ ਤੋਂ ਵੱਡੀ ਗੱਲ ਕਿ ਤਾਲਾਬੰਦੀ ਦੌਰਾਨ ਜਿਹੜੇ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ, ਇੱਕ ਚਿੰਤਾ ਦਾ ਕਾਰਨ ਬਣ ਚੁੱਕਾ ਔਰ ਇਹਦੇ ਨਾਲ ਨਜਿੱਠਣ ਲਈ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਰਣਨੀਤੀ ਤੈਅ ਕੀਤੀ ਗਈ ਆ। ਔਰ ਜੋ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਜਿਹੜੀਆਂ ਸ਼ਿਕਾਇਤਾਂ ਵਾ ਔਰਤਾਂ ਦੇ ਵਿਰੁੱਧ, ਜਿਹੜੀ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਆ ਰਹੀਆਂ, ਉਹਦੇ 'ਚ ਵੱਡੀ ਗਿਣਤੀ ਵਿੱਚ ਇਜ਼ਾਫਾ ਹੋਇਆ। ਉਹ ਇਹ ਦੱਸਿਆ ਜਾ ਰਿਹਾ ਕਿ ਜੋ ਅੰਕੜੇ ਨੇ ਉਹ ਚਿੰਤਾ ਦੇ ਵਿੱਚ ਸੋਚਣ ਲਈ ਮਜਬੂਰ ਕਰਦੇ ਨੇ। ਫਰਵਰੀ ਤੋਂ ਲੈ ਕੇ 20 ਅਪ੍ਰੈਲ ਤੱਕ ਔਰਤਾਂ ਵਿਰੁੱਧ ਜਿਹੜੇ ਅਪਰਾਧ ਦੇ ਕੇਸਾਂ ਵਿੱਚ 21% ਵਾਧਾ ਹੋਇਆ। ਇਹ ਪੰਜਾਬੀ ਸਮਾਜ ਲਈ ਇੱਕ ਕਹਿ ਸਕਦੇ ਕਿ ਤਮਾਚਾ, ਚਪੇੜ ਆ ਕਿ ਆਖਰ ਕਿਉਂ 21% ਵਾਧਾ ਹੋਇਆ। ਔਰ ਜਿਹੜੇ ਪਹਿਲਾਂ ਜਿਹੜੇ ਕੇਸ ਸੀ ਉਹ 4709 ਸੀ, ਉਹ ਹੁਣ ਵੱਧ ਕੇ 5695 ਹੋ ਗਏ, ਮਤਲਬ 21% ਵਾਧਾ। ਇਹ ਪੰਜਾਬੀਆਂ ਵਾਸਤੇ ਬਹੁਤ ਹੀ ਸ਼ਰਮ ਵਾਲੀ ਗੱਲ ਆ ਕਿ ਲੋਕੀ ਰੋਜੀ ਰੋਟੀ ਵਾਸਤੇ ਤਰਸ ਰਹੇ ਨੇ। ਪਿੰਡੋਂ ਪਿੰਡ, ਸ਼ਹਿਰੋਂ ਸ਼ਹਿਰੀ ਲੰਗਰ ਲੱਗੇ ਹੋਏ ਨੇ, ਲੋਕੀ ਰੱਬ ਰੱਬ ਕਰ ਰਹੇ ਨੇ ਕਿ ਜਿਹੜੀ ਔਖੀ ਘੜੀ ਆ, ਵਿਪਤਾ ਦੀ ਘੜੀ ਆ, ਇਹ ਜਿਹੜੀ ਮਹਾਂਮਾਰੀ ਆ, ਇਹ ਜਲਦੀ ਖਤਮ ਹੋਏ। ਲੇਕਿਨ ਇਸ ਦਰਮਿਆਨ ਲੜਾਈ ਝਗੜੇ ਵੱਧ ਰਹੇ ਨੇ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਬਣ ਚੁੱਕਾ। ਔਰ ਨਾਲ ਦੀ ਨਾਲ ਜਿਹੜੇ ਅਪਰਾਧ ਜਿਹੜੇ ਕੇਸਾਂ 'ਚ ਤਾਂ 21% ਵਾਧਾ ਹੋਇਆ ਔਰ ਦੂਜੇ ਜਿਹੜੇ ਔਰਤਾਂ ਵਿਰੁੱਧ ਜਿਹੜੇ ਘਰੇਲੂ ਹਿੰਸਾ ਦੇ ਮਾਮਲੇ ਵੀ, ਮਤਲਬ ਉਹ ਵੀ 21% ਦੇ ਨਾਲ ਉਹਨਾਂ 'ਚ ਵੀ ਵਾਧਾ ਹੋਇਆ, ਅਪਰਾਧ ਦੇ ਮਸਲੇ 'ਚ ਵੀ ਤੇ ਔਰਤਾਂ ਦੇ ਜਿਹੜੇ ਘਰੇਲੂ ਹਿੰਸਾ ਹੋ ਰਹੀ ਆ ਔਰਤਾਂ ਨਾਲ, ਉਹਦੇ 'ਚ ਵੀ 21% ਵਾਧਾ ਹੋਇਆ। ਜਿਹੜੇ ਔਰਤਾਂ ਦੇ ਵਿਰੁੱਧ ਘਰੇਲੂ ਹਿੰਸਾ ਦੇ ਜਿਹੜੇ ਕੇਸ ਨੇ ਉਹ 3287 ਤੋਂ ਵੱਧ ਕੇ 3993 ਹੋ ਗਏ ਨੇ। ਬਹੁਤ ਹੀ ਸ਼ਰਮ ਵਾਲੀ ਗੱਲ ਆ। ਔਰ ਦੂਜੇ ਪਾਸੇ ਇਹ ਵੀ ਇੱਕ ਚੰਗੀ ਗੱਲ ਹੈ ਕਿ ਇਸ ਦਰਮਿਆਨ ਜਿਹੜੇ ਦਾਜ ਦੀ ਸਮੱਸਿਆ, ਬਲਾਤਕਾਰ ਅਤੇ ਜਿਹੜੇ ਟੀਜ਼ਿੰਗ ਦੇ ਮਾਮਲੇ 'ਚ ਕਮੀ ਆਈ ਹੈ। ਸ਼ਾਇਦ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਆਦਮੀ ਅਤੇ ਔਰਤ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਔਰ ਪੁਲਿਸ ਦੀ ਜਿਹੜੀ ਮੌਜੂਦਗੀ ਵਿੱਚ ਵੀ ਵਾਧਾ ਹੋਇਆ। ਲੇਕਿਨ ਜਿੱਥੋਂ ਤੱਕ ਮਸਲਾ ਕਿ ਜਿਹੜੇ ਅਪਰਾਧ ਦੇ ਕੇਸਾਂ ਵਿੱਚ ਤੇ ਘਰੇਲੂ ਹਿੰਸਾ ਦੇ ਵਿੱਚ ਵਾਧਾ ਹੋਇਆ, ਇਹ ਬਹੁਤ ਹੀ ਸ਼ਰਮ ਵਾਲੀ ਗੱਲ ਵੀ ਆ ਤੇ ਚਿੰਤਾ ਵਾਲੀ ਵੀ ਗੱਲ ਆ। ਸੂਬੇ ਦੇ DGP ਦਿਨਕਰ ਗੁਪਤਾ ਨੇ ਇਹ ਵੀ ਦੱਸਿਆ ਕਿ ਪਿਛਲੇ 3 ਮਹੀਨੇ ਵਿੱਚ 20 ਮਾਰਚ 2020 ਤੱਕ 112 ਨੰਬਰ ਜਿਹੜੀ ਸੁਵਿਧਾ ਹੈਗੀ ਆ, ਉੱਤੇ ਜਿਹੜੇ ਲੋਕਾਂ ਨੇ ਡਾਇਲ ਕਰਕੇ ਸੂਚਿਤ ਕੀਤਾ ਗਿਆ, ਉਹਨਾਂ 'ਚ ਪ੍ਰਤੀ ਦਿਨ ਆਉਣ ਵਾਲੀਆਂ ਕਾਲਾਂ ਦੀ ਗਿਣਤੀ 133 ਹੋ ਗਈ ਆ। ਔਰ ਇਸੇ ਤਰ੍ਹਾਂ ਘਰੇਲੂ ਹਿੰਸਾ ਦੇ ਮਾਮਲੇ 'ਚ ਕੁੱਲ 34% ਹੋ ਗਏ ਨੇ, ਜੋ ਕਿ ਔਸਤਨ 99.33 ਬਣਦੀ ਹੈ, ਮਤਲਬ 100% ਹੋ ਗਈ। ਔਰ ਇਸ ਮਿਆਦ ਦੇ ਵਿੱਚ ਕੁੱਲ ਮਾਮਲਿਆਂ ਵਿੱਚ ਪ੍ਰਤੀ ਵਾਧਾ 30% ਆ। ਇਹ ਸਾਨੂੰ ਸੋਚਣਾ ਪਊਗਾ। ਔਰ ਦੂਜੇ ਪਾਸੇ ਕਹਿ ਸਕਦੇ ਕਿ DGP ਵੱਲੋਂ ਇਸ ਮਸਲੇ ਨੂੰ ਨਜਿੱਠਣ ਵਾਸਤੇ, ਇਹਨਾਂ ਹਾਲਾਤਾਂ ਨੂੰ ਨਜਿੱਠਣ ਵਾਸਤੇ ਅੱਜ ਜਿੰਨੇ ਵੀ ਔਰਤਾਂ ਦੇ ਸੰਬੰਧੀ ਜਿਹੜਾ ਪੁਲਿਸ ਡਿਪਾਰਟਮੈਂਟ ਦਾ ਵਿੰਗ ਆ, ਉਹਨਾਂ ਦੇ ਜਿਹੜੇ ਸਾਰੇ ਮੁਖੀ ਨੇ
ਚਾਹੇ ਉਹ DSP ਰੈਂਕ ਦੇ ਅਧਿਕਾਰੀ ਹੋਣ, ਚਾਹੇ ਫਿਰ ਜਿਹੜਾ ਮਹਿਲਾ ਡੈਕਸ ਦੇ ਅਧਿਕਾਰੀ ਹੋਣ, ਉਹਨਾਂ ਦੇ ਨਾਲ ਇੱਕ ਵੀਡੀਓ ਕਾਨਫਰੰਸਿੰਗ ਵੀ ਕੀਤੀ ਆ। ਔਰ ਇਸ ਕਾਨਫਰੰਸਿੰਗ ਦੇ ਦੌਰਾਨ ADGP ਸ਼੍ਰੀਮਤੀ ਗੁਰਪ੍ਰੀਤ ਦਿਓ ਵੀ ਸ਼ਾਮਲ ਸਨ ਤੇ ਉਹਨਾਂ ਵੱਲੋਂ ਹੀ ਇੱਕ ਵਿਸਤਾਰਿਤ ਜਿਹੜੀ ਰਣਨੀਤੀ ਅਨੁਸਾਰ ਇਹ ਪੁਲਿਸ ਰਿਸਪੌਂਸ ਪ੍ਰਣਾਲੀ ਨੂੰ ਵੀ ਤਿਆਰ ਕਰਨ ਲਈ ਇੱਕ ਡਿਊਟੀ ਲਗਾਈ ਗਈ ਆ। ਔਰ ਇਹ ਬਹੁਤ ਹੀ ਕਹਿ ਸਕਦੇ ਕਿ ਮਾੜੀ ਗੱਲ ਆ ਕਿ ਕਿਵੇਂ ਜਿਹੜਾ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ। ਔਰ ਇਹ ਵੀ ਫੈਸਲਾ ਲਿਆ ਗਿਆ ਅੱਜ ਪੰਜਾਬ ਪੁਲਿਸ ਵੱਲੋਂ ਕਿ ਇਹ ਜਿਹੜੀਆਂ ਟੀਮਾਂ ਤੇ ਬਣਾਈਆਂ ਗਈਆਂ ਨੇ, ਇਹ ਮੁਸੀਬਤ ਵਿੱਚ ਫਸੀਆਂ ਔਰਤਾਂ ਨਾਲ ਤੁਰੰਤ ਤਾਲਮੇਲ ਕਰਨਗੀਆਂ, ਟੈਲੀ ਕਾਉਂਸਲਿੰਗ ਪ੍ਰਦਾਨ ਕੀਤੀ ਜਾਏਗੀ ਅਤੇ ਜ਼ਰੂਰਤ ਪੈਣ 'ਤੇ ਸਲਾਹ ਵੀ ਦਿੱਤੀ ਜਾਏਗੀ। ਇਹ ਟੀਮਾਂ ਸੰਬੰਧਿਤ ਜੋੜੇ ਪਰਿਵਾਰਕ ਮੈਂਬਰਾਂ ਨੂੰ ਵੀ ਸਲਾਹ ਦਿੱਤੀ ਜਾਏਗੀ ਤੇ ਪੀੜਤ ਔਰਤਾਂ ਜੇਕਰ ਪੇਕੇ ਘਰ ਜਾਂ ਪਨਾਹ ਘਰ ਜਾਣਾ ਚਾਹੁੰਦੀਆਂ ਨੇ ਤੇ ਉਸ ਮਸਲੇ 'ਚ ਵੀ ਪੰਜਾਬ ਪੁਲਿਸ ਉਹਨਾਂ ਪੀੜਤ ਬੀਬੀਆਂ ਦੀ ਮਦਦ ਕਰੇਗੀ। ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਵੀ ਡਾਕਟਰੀ ਜਾਂਚ ਕੀਤੀ ਜਾਏਗੀ। ਉਹ ਜੇ ਕੋਈ ਕੇਸ ਬਣ ਜਾਂਦਾ ਤਾਂ SHO ਨਾਲ ਸੰਪਰਕ ਕਰਕੇ ਟੀਮ ਅਪਰਾਧਿਕ ਕਾਰਵਾਈ ਵੀ ਸ਼ੁਰੂ ਕਰੇਗੀ। ਔਰ ਨਾਲ ਹੀ DGP ਨੇ ਅਜਿਹੇ ਮਾਮਲਿਆਂ ਦੇ ਵਿੱਚ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈਗੀ ਆ ਕਿ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਇਹ ਪੰਜਾਬ ਦੀ ਇੱਕ ਹੋਰ ਤਸਵੀਰ ਉੱਭਰ ਕੇ ਸਾਹਮਣੇ ਆਈ ਆ ਕਿ ਔਰਤਾਂ ਦੇ ਮਸਲੇ ਵਿੱਚ ਅਪਰਾਧਿਕ ਕੇਸਾਂ 'ਚ ਵੀ ਇਜ਼ਾਫਾ ਹੋਇਆ ਔਰ ਘਰੇਲੂ ਹਿੰਸਾ ਦੇ ਵਿੱਚ ਵੀ। ਔਰ ਇਹ ਬਹੁਤ ਹੀ ਸ਼ਰਮਨਾਕ ਗੱਲ ਆ। ਇਹ ਪੰਜਾਬ ਦੀਆਂ ਅੱਖਾਂ ਖੋਲ੍ਹਦੀ ਤਸਵੀਰ ਇੱਕ ਹੋਰ ਆਈ ਆ ਕਿ ਇੱਕ ਪਾਸੇ ਲੋਕ ਲੰਗਰ ਵਰਤਾ ਰਹੇ ਨੇ, ਲੰਗਰ ਦਾ ਪ੍ਰਬੰਧ ਕਰ ਰਹੇ ਨੇ, ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਲੇਕਿਨ ਘਰੇਲੂ ਲੜਾਈ ਝਗੜੇ ਔਰ ਔਰਤਾਂ ਦੇ ਪ੍ਰਤੀ ਜਿਹੜੇ ਅਪਰਾਧਿਕ ਕੇਸ ਵਧੇ ਨੇ ਉਹ ਵੀ ਵੱਡਾ ਗੁਨਾਹ, ਉਹ ਇੱਕ ਬੱਜਰ ਹੈ। ਔਰ ਇਸ ਮੌਕੇ ਜਿਹੜੀ ਵਿਪਤਾ ਦੀ ਘੜੀ ਬਣੀ ਹੋਈ ਹੈ। ਹੁਣ ਅਸੀਂ ਜ਼ਿਕਰ ਕਰਾਂਗੇ ਕਿ ਪੰਜਾਬ ਦੇ ਵਿੱਚ ਹੁਣ ਤੱਕ ਕਿੰਨੇ ਕੇਸ ਹੋਏ ਨੇ। ਜੋ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਆ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਤੱਕ ਪੰਜਾਬ ਵਿੱਚ ਪੋਜ਼ਿਟਿਵ ਕੇਸਾਂ ਦੀ ਜਿਹੜੀ ਗਿਣਤੀ ਆ ਉਹ 283 ਹੋ ਚੁੱਕੀ ਆ। ਔਰ ਕਿਉਂਕਿ ਪਟਿਆਲਾ ਤੇ ਅੰਮ੍ਰਿਤਸਰ 'ਚ ਤੇ ਜਲੰਧਰ 'ਚ 20 ਕੇਸ ਆਏ ਨੇ, ਉਹਦੇ ਕਰਕੇ ਇਹ ਜਿਹੜੀ ਗਿਣਤੀ ਆ ਇਹ 283 ਹੋ ਗਈ ਆ। ਔਰ ਪੰਜਾਬ 'ਚ 17 ਲੋਕਾਂ ਦੀ ਮੌਤ ਹੋ ਚੁੱਕੀ ਆ। ਕੱਲ੍ਹ ਤੱਕ 16 ਲੋਕਾਂ ਦੀ ਮੌਤ ਹੋਈ ਸੀ, ਲੇਕਿਨ ਅੱਜ ਜਿਹੜੀ ਫਗਵਾੜੇ ਦੀ ਇੱਕ ਨੰਨੀ ਪਰੀ ਜਿਹਨੂੰ ਹਾਰਟ ਦੀ ਪ੍ਰੋਬਲਮ ਸੀ ਉਹ PGI ਆਈ, ਉੱਥੇ ਉਹਨੂੰ ਕਰੋਨਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਵੀ ਲਗਾਏ ਨੇ ਤੇ ਉਸ ਨੰਨੀ ਪਰੀ ਦੀ ਮੌਤ ਹੋ ਗਈ ਆ। ਤੇ ਉਹਦੇ ਕਾਰਨ ਹੁਣ ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਆ। ਅਗਰ ਅਸੀਂ ਜ਼ਿਲ੍ਹਾ ਵਾਈਜ਼ ਗੱਲ ਕਰੀਏ ਤਾਂ ਮੋਹਾਲੀ ਜਿਹੜਾ ਜ਼ਿਲ੍ਹਾ, ਉੱਥੇ 62 ਕੇਸ ਨੇ ਟੋਟਲ ਜਿਹੜੇ ਕਨਫਰਮ ਕੇਸ ਨੇ। ਜਿਹੜੇ ਐਕਟਿਵ ਕੇਸ ਨੇ 46 ਨੇ ਔਰ ਮੋਹਾਲੀ 'ਚੋਂ 14 ਲੋਕ ਠੀਕ ਹੋ ਚੁੱਕੇ ਨੇ। ਜਲੰਧਰ 'ਚ 59 ਕੇਸ ਟੋਟਲ ਕਨਫਰਮ ਨੇ, 51 ਐਕਟਿਵ ਕੇਸ ਨੇ, ਉੱਥੇ 6 ਠੀਕ ਹੋਏ ਨੇ। ਪਟਿਆਲਾ 'ਚ 49 ਕੇਸ ਨੇ ਟੋਟਲ, ਉਹਦੇ 'ਚ 48 ਐਕਟਿਵ ਕੇਸ ਨੇ। ਪਠਾਨਕੋਟ 'ਚ 24 ਨੇ। ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ, ਮੋਗਾ ਦੀ ਗੱਲ ਕੀਤੀ ਜਾਵੇ, ਰੋਪੜ ਦੀ ਗੱਲ ਕੀਤੀ ਜਾਵੇ, ਬਰਨਾਲਾ ਦੀ ਗੱਲ ਕੀਤੀ ਜਾਵੇ, ਫਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ, ਇੱਥੇ ਜਿਹੜੇ ਐਕਟਿਵ ਕੇਸ ਆ ਉਹ ਗਿਣਤੀ 0 ਹੋ ਚੁੱਕੀ ਆ। ਇਹ ਪੰਜਾਬ ਵਾਸਤੇ ਚੰਗੀ ਗੱਲ ਆ। ਪਹਿਲਾਂ ਨਵਾਂ ਸ਼ਹਿਰ ਨੇ ਲੜਾਈ ਜਿੱਤੀ ਆ ਐਕਟਿਵ ਕੇਸ ਦੇ ਮਸਲੇ 'ਚ, ਫਿਰ ਮੋਗਾ ਨੇ ਜਿੱਤ ਲਈ, ਫਤਿਹਗੜ੍ਹ ਸਾਹਿਬ ਨੇ ਜਿੱਤ ਲਈ ਔਰ ਬਾਕੀ ਜਿਹੜੇ ਜ਼ਿਲ੍ਹੇ ਆ ਉੱਥੇ ਵੀ ਜਿਹੜਾ ਐਕਟਿਵ ਕੇਸਾਂ ਦੀ ਗਿਣਤੀ ਉਹ 0 ਹੋ ਚੁੱਕੀ ਆ। ਅਗਰ ਅਸੀਂ ਕਨਫਰਮ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ 16 ਹੈ, ਅੰਮ੍ਰਿਤਸਰ 13 ਹੈ, ਮਾਨਸਾ 11, ਹੁਸ਼ਿਆਰਪੁਰ 7 ਹੈ, ਮੋਗਾ, ਫਰੀਦਕੋਟ, ਰੋਪੜ, ਸੰਗਰੂਰ, ਕਪੂਰਥਲਾ। ਮੋਗੇ 'ਚ 4 ਨੇ, ਬਾਕੀ ਜ਼ਿਲ੍ਹਿਆਂ 'ਚ 3-3 ਨੇ। ਬਰਨਾਲਾ ਔਰ ਫਤਿਹਗੜ੍ਹ ਸਾਹਿਬ 'ਚ 2 ਕੇਸ ਨੇ, ਗੁਰਦਾਸਪੁਰ, ਮੁਕਤਸਰ ਔਰ ਫਿਰੋਜ਼ਪੁਰ 1 ਕੇਸ ਨੇ। ਟੋਟਲ ਯਾਨੀ ਕਿ 283 ਕੇਸ, 200 ਇਹਦੇ 'ਚ ਐਕਟਿਵ ਕੇਸ ਨੇ। 66 ਜਿਹੜੇ ਪੰਜਾਬੀ ਨੇ ਉਹ ਠੀਕ ਹੋ ਕੇ ਘਰ ਨੂੰ ਜਾ ਚੁੱਕੇ ਨੇ ਔਰ ਬਾਕੀ ਜਿਹੜੀਆਂ 17 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਔਰ ਅਗਰ ਗੱਲ ਕੀਤੀ ਜਾਵੇ ਤਾਂ ਟੋਟਲ ਜਿਹੜੇ ਸਸਪੈਕਟਡ ਕੇਸ ਸੀ ਪੰਜਾਬ ਦੇ ਵਿੱਚ ਉਹ 8757 ਕੇਸ ਸਨ, ਜਿਹੜੀ ਅੱਜ 5 ਵਜੇ ਤੱਕ ਜਿਹੜੀ ਸਰਕਾਰ ਦੀ ਰਿਪੋਰਟ ਆ, ਸਾਰਿਆਂ ਦੇ ਜਿਹੜੇ ਸੈਂਪਲ ਆ ਉਹ ਭੇਜੇ ਜਾ ਚੁੱਕੇ ਨੇ।
ਜਿਹੜੇ ਟੋਟਲ ਪੋਜ਼ਿਟਿਵ ਹੈ ਨੇ ਉਹ ਜਿਸ ਤਰ੍ਹਾਂ 283 ਨੇ, ਜਿਹੜੇ ਨੈਗੇਟਿਵ ਕੇਸ ਨੇ ਰਿਪੋਰਟ ਆਈ ਆ ਉਹ 7433 ਆ। 1041 ਲੋਕਾਂ ਦੀ ਹਾਲੇ ਰਿਪੋਰਟ ਆਉਣੀ ਆ। 66 ਪੇਸ਼ੈਂਟ ਜਿਹੜੇ ਉਹ ਠੀਕ ਹੋ ਚੁੱਕੇ ਨੇ। ਐਕਟਿਵ ਕੇਸ 200 ਨੇ ਔਰ ਇੱਕ ਜਿਹੜਾ ਮਰੀਜ਼ ਆ ਇੱਕ ਆਕਸੀਜਨ ਤੇ ਨੇ, ਇੱਕ ਵੈਂਟੀਲੇਟਰ ਤੇ ਨੇ ਤੇ 17 ਜਿਹੜੀਆਂ ਉਹ ਡੈਥ ਹੋ ਚੁੱਕੀਆਂ ਨੇ। ਇਹ ਜਿਹੜੀ ਪੰਜਾਬ ਦੀ ਜਿਹੜੀ ਤਸਵੀਰ ਆ ਕਰੋਨਾ ਨੂੰ ਲੈ ਕੇ ਔਰ ਜਿਹੜੀ ਚਿੰਤਾਜਨਕ ਆ। ਔਰ ਅਗਰ ਇਸੇ ਤਰ੍ਹਾਂ ਅਸੀਂ ਜ਼ਿਕਰ ਕਰੀਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੀ ਕੋਸ਼ਿਸ਼ ਕੀਤੀ ਗਈ ਆ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਹੈਗੇ ਕਿ ਕਿਹੋ ਜਿਹੇ ਅੱਜ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਆ। ਔਰ ਅਗਰ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀਆਂ ਨੂੰ ਸੂਬਿਆਂ 'ਚੋਂ ਸੰਕਟ 'ਚੋਂ ਕੱਢਣ ਲਈ ਪੇਸ਼ ਕੀਤੇ ਗਏ 3 ਨੁਕਾਤੀ ਪ੍ਰਸਤਾਵ ਦੀ ਪ੍ਰਧਾਨ ਮੰਤਰੀ ਕੋਲ ਪੈਰਵਾਈ ਕਰਨ ਦੀ ਅਪੀਲ ਕੀਤੀ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ ਨੂੰ ਜਿਹੜਾ ਕਰੋਨਾ 19 ਆ, ਕੋਵਿਡ-19 ਜਿਹਨੂੰ ਕਿਹਾ ਜਾਂਦਾ ਹੈਗਾ, ਦੇ ਸੰਕਟ 'ਚੋਂ ਸੂਬਿਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਨੂੰ 3 ਨੁਕਾਤੀ ਰਣਨੀਤੀ ਬਾਰੇ ਸੁਝਾਅ ਦੇਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਕੇਂਦਰ ਸਰਕਾਰ ਕੋਲੋਂ ਇਸ ਪ੍ਰਸਤਾਵ ਦੀ ਪੈਰਵਾਈ ਕਰਨ ਦੀ ਅਪੀਲ ਕੀਤੀ ਆ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਭੇਜ ਕੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੱਤਰ ਲਿਖ ਕੇ ਸੰਕਟ ਵਿੱਚੋਂ ਨਿਕਲਣ ਲਈ ਦਿੱਤੇ ਗਏ ਸੁਝਾਵਾਂ ਉੱਪਰ ਗੌਰ ਕਰਨ ਲਈ ਬੇਨਤੀ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਾਰਾ ਮਸਲਾ ਸਮੂਹ ਸੂਬਿਆਂ ਨਾਲ ਜੁੜਿਆ ਹੈ ਕਿਉਂਕਿ ਜੋ ਕੋਵਿਡ-19 ਦੀ ਮਹਾਮਾਰੀ ਦੇ ਕਾਰਨ ਮਾਲੀਆ ਘਟਣ ਅਤੇ ਭਲਾਈ ਤੇ ਸਿਹਤ ਸੰਭਾਲ ਦੀਆਂ ਲੋੜਾਂ ਵਧਣ ਕਾਰਨ ਸੂਬੇ ਇੱਕੋ ਜਿਹੇ ਸੰਕਟ ਦਾ ਹੀ ਸਾਹਮਣਾ ਕਰ ਰਹੇ ਹਨ। ਇਸ ਸੰਦਰਭ ਵਿੱਚ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ 3 ਮਹੀਨੇ ਦੀ ਵਿਸ਼ੇਸ਼ ਕੋਵਿਡ ਮਾਲੀਆ ਗ੍ਰਾਂਟ ਦੇਣ ਅਤੇ ਸੂਬਿਆਂ ਵੱਲੋਂ ਇਸ ਗ੍ਰਾਂਟ ਨੂੰ ਆਪਣੀਆਂ ਸਥਾਨਕ ਲੋੜਾਂ ਮੁਤਾਬਕ ਖਰਚਣ ਦੀ ਢਿੱਲ ਦੇਣ ਬਾਰੇ ਬੇਨਤੀ ਕੀਤੇ ਜਾਣ ਦੀ ਜ਼ਰੂਰਤ ਹੈ। ਉਹਨਾਂ ਸੂਬਿਆਂ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਮੌਜੂਦਾ ਸਾਲ ਲਈ ਕੇਂਦਰੀ ਵਿੱਤ ਕਮਿਸ਼ਨ ਵੱਲੋਂ ਆਪਣੀਆਂ ਸਿਫਾਰਸ਼ਾਂ ਦੀਆਂ ਵੀ ਸਮੀਖਿਆ ਕਰਨ ਦੀ ਮੰਗ ਕਰਨ ਕਿਉਂਕਿ ਮਹਾਮਾਰੀ ਕਾਰਨ ਜ਼ਮੀਨੀ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵਿੱਤ ਕਮਿਸ਼ਨ ਦੀ ਮੁਕੰਮਲ ਰਿਪੋਰਟ ਨੂੰ 1 ਸਾਲ ਲਈ ਮੁਲਤਵੀ ਕਰਨ ਦੀ ਵੀ ਮੰਗ ਉਠਾਈ ਜਾਵੇ। ਔਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਕਿ ਵਿੱਤ ਕਮਿਸ਼ਨ ਨੂੰ ਆਪਣੀ 5 ਸਾਲਾ ਰਿਪੋਰਟ ਕਰੋਨਾ ਦਾ ਅਸਰ ਦਰਸਾਉਣ ਤੋਂ ਬਾਅਦ 2020 ਦੀ ਬਜਾਏ 1 ਅਪ੍ਰੈਲ 2021 ਤੋਂ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਨੇ ਮੁੱਖ ਮੰਤਰੀਆਂ ਨੂੰ ਇਹ ਵੀ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਉਣ ਲਈ ਆਖਿਆ ਜੋ ਕਰੋਨਾ 19 ਤੇ ਕਾਬੂ ਪਾਉਣ ਤੇ ਪ੍ਰਬੰਧਨ ਲਈ ਕੌਮੀ ਯਤਨਾਂ ਦੀ ਅਗਵਾਈ ਕਰ ਰਹੇ ਨੇ। ਇਹ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਮਰੁਤਬਾ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਹ 3 ਨੁਕਾਤੀ ਜਿਹੜਾ ਪ੍ਰੋਗਰਾਮ ਉਹ ਸਾਂਝਾ ਕੀਤਾ ਔਰ ਨਾਲ ਅਪੀਲ ਕੀਤੀ ਹੈ ਕਿ ਇੱਕ ਆਵਾਜ਼ ਨਾਲ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਦੇਸ਼ ਦੇ ਪ੍ਰਧਾਨ ਮੰਤਰੀ ਉੱਪਰ ਜ਼ੋਰ ਪਾਇਆ ਜਾਵੇ ਔਰ ਸੂਬਿਆਂ ਦੇ ਜਿਹੜੇ ਆਰਥਿਕ ਹਾਲਾਤ ਨੇ ਉਸ ਤੋਂ ਜਾਣੂ ਕਰਵਾਇਆ ਜਾਵੇ। ਇਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਵੀ ਫੈਸਲਾ ਕੀਤਾ ਕਿ ਜਿਹੜੇ ਪੰਜਾਬ 'ਚ ਮੌਤਾਂ ਹੋ ਰਹੀਆਂ ਉਹਨੂੰ ਲੈ ਕੇ ਉਹਨਾਂ ਕਿਹਾ ਕਿ ਮੌਤ ਦਰ ਜਾਂਚਣ ਲਈ ਕੋਵਿਡ ਨਾਲ ਹੋਣ ਵਾਲੀ ਹਰੇਕ ਮੌਤ ਦੀ ਵਿਸਤਾਰਤ ਪੜਤਾਲ ਦੇ ਉਹਨਾਂ ਵੱਲੋਂ ਆਦੇਸ਼ ਦਿੱਤੇ ਗਏ ਨੇ। ਔਰ ਮੁੱਖ ਮੰਤਰੀ ਨੇ ਅੱਜ ਜਿਹੜੇ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਹੋਈ ਆ ਉਹਦੇ 'ਚ ਸੂਬਾ ਸਰਕਾਰਾਂ ਨੇ ਮਾਹਿਰਾਂ ਦੇ ਗਰੁੱਪ ਦੀ ਅਗਵਾਈ 'ਚ ਰੋਕਥਾਮ ਉਪਾਅ ਮਜ਼ਬੂਤ ਵੀ ਕੀਤੇ ਸੰਬੰਧੀ ਜਾਣਕਾਰੀ ਦੱਸੀ ਆ। ਔਰ ਇਸ ਮੁਤਲਕ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦੀ ਜਿਹੜੀ ਮੀਟਿੰਗ ਹੋਈ ਉਹਨਾਂ ਨੇ ਕੌਮੀ ਪ੍ਰਧਾਨ ਕਾਂਗਰਸ ਪਾਰਟੀ ਦੇ ਸੋਨੀਆ ਗਾਂਧੀ ਉਹਦੇ ਮੁਤਲਕ ਪੰਜਾਬ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਜੋ ਉਹਨਾਂ ਵੱਲੋਂ ਕਦਮ ਚੁੱਕੇ ਗਏ ਨੇ ਉਹਨਾਂ ਸੰਬੰਧੀ ਉਹਨਾਂ ਨੇ ਜਾਣੂ ਕਰਵਾਇਆ। ਔਰ ਉਹਨੇ ਵੀ ਦੱਸਿਆ ਕਿ ਇਸ ਸੰਕਟ ਨਾਲ ਨਜਿੱਠਣ ਲਈ ਮਾਹਿਰਾਂ ਦੀ ਇੱਕ ਕਮੇਟੀ ਵੀ ਕੰਮ ਕਰ ਰਹੀ ਹੈ। ਇਸ ਮਾਹਿਰਾਂ ਦੇ ਇਸ ਗਰੁੱਪ ਵਿੱਚ PGI ਦੇ ਸਾਬਕਾ ਡਾਇਰੈਕਟਰ ਡਾਕਟਰ KK ਤਲਵਾੜ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਉਪ ਕੁਲਪਤੀ ਡਾਕਟਰ ਰਾਜ ਬਹਾਦਰ, PGI ਦੇ ਜਨ ਸਿਹਤ ਸਕੂਲ ਦੇ ਸਾਬਕਾ ਮੁਖੀ ਡਾਕਟਰ ਰਜੇਸ਼ ਕੁਮਾਰ ਦੇ ਨਾਲ
PGI ਅਤੇ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮਾਹਿਰ ਸ਼ਾਮਲ ਨੇ। ਮੁੱਖ ਮੰਤਰੀ ਨੇ ਕਿਹਾ ਕਿ 6.2% ਦੀ ਉੱਚ ਮੌਤ ਦਰ ਦੇ ਬਾਵਜੂਦ ਪੰਜਾਬ 'ਚ ਕੋਵਿਡ-19 ਦੇ ਵਾਧੇ ਦੀ ਦਰ ਭਾਰਤ ਮੁਕਾਬਲੇ ਘੱਟ ਹੈ, ਕਿਉਂਕਿ ਪੰਜਾਬ ਵਿੱਚ 16 ਦਿਨਾਂ ਬਾਅਦ ਕੇਸਾਂ ਦੀ ਗਿਣਤੀ ਦੁੱਗਣੀ ਹੋਈ ਹੈ, ਜਦੋਂ ਕਿ ਕੌਮੀ ਔਸਤ ਅਨੁਸਾਰ 9 ਦਿਨਾਂ ਵਿੱਚ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ। ਉਹਨਾਂ ਸੂਬੇ ਵਿੱਚ ਕੋਵਿਡ-19 ਦੀ ਪ੍ਰਭਾਵਸ਼ਾਲੀ ਰੋਕਥਾਮ ਦਾ ਖੁਲਾਸਾ ਕਰਦਿਆਂ ਦੱਸਿਆ ਕਿ 31 ਮਾਰਚ ਤੱਕ ਭਾਰਤ ਦੇ ਕੁੱਲ ਕੇਸਾਂ ਵਿੱਚੋਂ ਪੰਜਾਬ ਦਾ ਹਿੱਸਾ 2.57% ਹੈ, ਜੋ ਕਿ 3 ਹਫ਼ਤਿਆਂ ਬਾਅਦ ਹੁਣ ਘਟ ਕੇ 22 ਅਪ੍ਰੈਲ ਤੱਕ 1.22% ਰਹਿ ਗਿਆ। ਔਰ ਇਸੇ ਤਰ੍ਹਾਂ ਕੋਵਿਡ-19 ਦੀ ਸਥਿਤੀ ਪੰਜਾਬ ਵਿੱਚ ਬਾਕੀ ਦੇਸ਼ ਜਾਂ ਬਾਕੀ ਸੂਬੇ ਨਾਲੋਂ ਬਿਹਤਰ ਹੈ। ਔਰ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਸ਼ਹਿਰ ਦੀ ਉਦਾਹਰਨ ਵੀ ਦਿੱਤੀ ਆ, ਜਿੱਥੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਾਬੰਦੀਆਂ ਲਗਾ ਕੇ ਬਿਹਤਰ ਨਤੀਜੇ ਸਾਹਮਣੇ ਆਏ ਨੇ, ਔਰ ਜਿਸ ਦੀ ਮੀਡੀਆ ਨੇ ਵੀ ਭਾਰਤ ਸਰਕਾਰ ਨੇ ਵੀ ਸ਼ਲਾਘਾ ਕੀਤੀ ਹੈ। ਮੀਡੀਆ ਦੇ ਨਾਲ ਮੋਦੀ ਸਰਕਾਰ ਨੇ ਵੀ ਸ਼ਲਾਘਾ ਕੀਤੀ ਹੈ, ਜੋ ਨਵਾਂ ਸ਼ਹਿਰ ਵਿੱਚ ਅਸੀਂ ਨਵਾਂ ਸ਼ਹਿਰ ਦੇ ਲੋਕਾਂ ਨੇ ਕਰੋਨਾ ਖਿਲਾਫ ਲੜਾਈ ਜਿੱਤੀ ਆ। ਔਰ ਇਹ ਵੀ ਉਹਨੇ ਕਿਹਾ ਕਿ ਨਵਾਂ ਸ਼ਹਿਰ ਜਿਹੜਾ ਕਿ ਦੇਸ਼ ਦੇ ਪਹਿਲੇ ਹੌਟਸਪੌਟ ਖੇਤਰਾਂ ਵਿੱਚੋਂ ਇੱਕ ਸੀ, ਉੱਥੇ 18 ਕਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਨੇ। ਔਰ ਇਹ ਵੀ ਉਹਨੇ ਕਿਹਾ ਕਿ ਸ਼ੁਰੂਆਤ ਵਿੱਚ ਜਿਹੜੇ ਪਾਠੀ ਗ੍ਰੰਥੀ ਸੀ ਭਾਈ ਬਲਦੇਵ ਸਿੰਘ ਦੀ ਮੌਤ ਜ਼ਰੂਰ ਹੋ ਰਹੀ ਸੀ, ਪਰ 26 ਮਾਰਚ 2020 ਤੋਂ ਬਾਅਦ ਉੱਥੇ ਕੋਈ ਨਵਾਂ ਕੇਸ ਨਹੀਂ ਆਇਆ। ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤੁਲਨਾ ਕੇਰਲਾ ਅਤੇ ਗੁਜਰਾਤ ਨਾਲ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਹ ਵੀ ਵਧੇਰੇ NRI ਆਬਾਦੀ ਵਾਲੇ ਸੂਬੇ ਹਨ। ਉਹਨਾਂ ਦੱਸਿਆ ਕਿ ਪ੍ਰਤੀ ਮਿਲੀਅਨ ਆਬਾਦੀ ਦੇ ਮਾਮਲੇ 'ਚ ਹਿਸਾਬ ਨਾਲ ਗੁਜਰਾਤ ਨਾਲੋਂ ਪੰਜਾਬ ਬਿਹਤਰ ਪ੍ਰਦਰਸ਼ਨ ਕਰ ਰਿਹਾ। ਔਰ ਤੁਹਾਨੂੰ ਦੱਸ ਦਈਏ, ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਗੁਜਰਾਤ ਪ੍ਰਧਾਨ ਮੰਤਰੀ ਦਾ ਹੋਮ ਸਟੇਟ ਹੈ, ਔਰ ਉਸ ਹੋਮ ਸਟੇਟ ਦੇ ਉਹ 3 ਵਾਰ ਮੁੱਖ ਮੰਤਰੀ ਵੀ ਰਹੇ ਨੇ। ਔਰ ਉਹਨਾਂ ਇਹ ਵੀ ਕਿਹਾ ਕਿ ਇੱਥੋਂ ਤੱਕ ਕਿ ਕੇਰਲਾ ਨਾਲੋਂ ਵੀ ਘੱਟ ਮਾਮਲੇ ਨੇ। ਪੰਜਾਬ 'ਚ ਪ੍ਰਤੀ ਮਿਲੀਅਨ 9 ਅਤੇ ਕੇਰਲਾ ਵਿੱਚ ਪ੍ਰਤੀ ਮਿਲੀਅਨ 12 ਮਾਮਲੇ ਹਨ। ਔਰ ਬਾਕੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਜਾਣਕਾਰੀ ਦਿੱਤੀ ਆ। ਔਰ ਇਸੇ ਤਰ੍ਹਾਂ ਇੱਕ ਹੋਰ ਖਬਰ ਕਿਸਾਨਾਂ ਨੂੰ ਲੈ ਕੇ ਵੀ ਅੱਜ ਪੰਜਾਬ ਸਰਕਾਰ ਨੇ ਦੱਸੀ ਆ, ਉਹ ਰਾਹਤ ਭਰੀ ਆ। ਮੁੱਖ ਮੰਤਰੀ ਵੱਲੋਂ ਗੰਨਾ ਜਿਹੜੇ ਕਾਸ਼ਤਕਾਰ ਹੈ ਕਿਸਾਨਾਂ ਲਈ ਸਹਿਕਾਰੀ ਖੰਡ ਮਿੱਲਾਂ ਨੂੰ 50 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਇਸ ਸੰਬੰਧੀ ਸਹਿਕਾਰਤਾ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੋਵਿਡ-19 ਦੇ ਸੰਕਟ ਕਾਰਨ ਲਗਾਏ ਗਏ ਕਰਫਿਊ ਲਾਕਡਾਊਨ ਦੇ ਚੱਲਦਿਆਂ ਗੰਨਾ ਕਾਸ਼ਤਕਾਰ ਜਿਹੜੇ ਕਿਸਾਨ ਦੀ ਬਾਂਹ ਫੜੀ ਗਈ ਆ ਸਰਕਾਰ ਵੱਲੋਂ, ਔਰ ਅੱਜ 50 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਹਾਲਾਂਕਿ ਇਹ ਕਾਫੀ ਰਕਮ ਜੋ ਵਿਰੋਧੀ ਧਿਰ ਦੇ ਲੋਕ ਦੱਸ ਰਹੇ ਨੇ ਕਿ ਰਕਮ ਬਹੁਤ ਵੱਡੀ ਆ, ਲੇਕਿਨ ਅੱਜ ਸਰਕਾਰ ਨੇ 50 ਕਰੋੜ ਰੁਪਏ ਜਾਰੀ ਕਰ ਦਿੱਤੇ ਹੈਗੇ ਨੇ। ਇਹ ਕਿਸਾਨਾਂ ਵਾਸਤੇ ਵੀ ਰਾਹਤ ਭਰੀ ਖਬਰ ਹੈ। ਔਰ ਦੇ ਨਾਲ ਅਗਰ ਹੋਰ ਕਿਸਾਨਾਂ ਨੂੰ ਧਿਆਨ ਵਿੱਚ ਜੋ ਅੱਜ ਸਰਕਾਰ ਨੇ ਫੈਸਲੇ, ਅਗਰ ਉਹਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਦੇ ਮੱਦੇਨਜ਼ਰ ਕਿਸਾਨਾਂ ਤੇ ਕੰਬਾਈਨ ਆਪਰੇਟਰਾਂ ਲਈ ਵੀ ਇੱਕ ਸਰਕਾਰ ਨੇ ਸਲਾਹ ਜਾਰੀ ਕੀਤੀ ਆ। ਉਹਦੇ ਮੁਤਾਬਕ ਦੱਸਿਆ ਗਿਆ ਕਿ ਕਰੋਨਾ ਵਾਇਰਸ ਇੱਕ ਸਿਸਟੇਮੈਟਿਕ ਬਿਮਾਰੀ ਹੈ, ਔਰ ਜ਼ਿਆਦਾਤਰ ਮੌਕਿਆਂ 'ਤੇ ਛਿੱਕਾਂ ਤੇ ਖੰਘ ਦੇ ਨਾਲ ਇਹ ਸਾਹ ਜ਼ਰੀਏ ਅੰਦਰ ਜਾਣ ਨਾਲ ਪੀੜਤ ਵਿਅਕਤੀ ਦੇ ਸੰਪਰਕ ਤੋਂ ਗਾਂਹ ਅੱਗੇ ਫੈਲਦਾ। ਅਤੇ ਇਸ ਕਰਕੇ ਇਹ ਕਿਸਾਨ, ਕਿਉਂਕਿ ਵਾਢੀਆਂ ਦਾ ਸੀਜ਼ਨ ਆ, ਕਿਸਾਨ ਅਤੇ ਜਿਹੜੇ ਕੰਬਾਈਨ ਆਪਰੇਟਰ ਆ ਉਹਨਾਂ ਨੂੰ ਬਹੁਤ ਹੀ ਧਿਆਨ ਰੱਖਣ ਦੀ ਲੋੜ ਆ। ਇਹ ਜਿਹੜਾ ਸਰਕਾਰ ਵੱਲੋਂ ਇਸ ਮੁਤਲਕ ਅੱਜ ਫੈਸਲੇ ਲਏ ਗਏ ਨੇ। ਔਰ ਅਗਰ ਵਿਰੋਧੀ ਧਿਰ ਇਸ ਮਸਲੇ 'ਚ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ, ਉਹਨਾਂ ਕਿਹਾ ਕਿ ਰਾਜਪੁਰਾ 'ਚ ਜਿਹੜਾ ਕਰੋਨਾ ਵਾਇਰਸ ਫੈਲਣ ਦੇ ਕਾਰਨਾਂ ਦੀ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਮੁਤਾਬਕ ਉਹਨਾਂ ਦੇ ਕਹਿ ਸਕਦੇ, ਉਹ ਕਹਿ ਰਹੇ ਨੇ ਕਿ ਇੱਕਦਮ ਉੱਥੇ ਜਿਹੜਾ ਰਾਜਪੁਰਾ ਸ਼ਹਿਰ ਆ, ਉੱਥੇ ਕਰੋਨਾ ਵਾਇਰਸ ਦੇ ਇੰਨੇ ਵੱਡੇ ਹਮਲੇ ਪਿੱਛੋਂ ਲਗਾਤਾਰ ਕੇਸਾਂ 'ਚ ਇਜ਼ਾਫਾ ਹੋਇਆ, ਔਰ ਇਹਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਆ। ਔਰ ਇਹਦੀ ਜਿਹੜੀ ਨਿਰਪੱਖ ਅਤੇ ਪਾਰਦਰਸ਼ੀ ਇੱਕ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ। ਔਰ ਕਿਉਂਕਿ ਉਹਨਾਂ ਕਿਹਾ ਕਿ ਇੰਨੀ ਗਿਣਤੀ ਹੋਈ ਆ, ਔਰ ਉਹਨਾਂ ਦੱਸਿਆ ਕਿ ਹੁਣ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ
ਰਾਜਪੁਰਾ ਸ਼ਹਿਰ ਦੇ ਪੁਰਾਣੀ ਨਾਜ਼ ਮੰਡੀ ਜਿਹੜੀ ਨੀਲਪੁਰਾ, ਸਤਨਾਮ ਨਗਰ ਅਤੇ ਪੁਰਾਣੇ ਇਲਾਕੇ 'ਚ 30 ਕਰੋਨਾ ਪੋਜ਼ਿਟਿਵ ਕੇਸ ਆ ਚੁੱਕੇ ਨੇ, ਜਦੋਂ ਕਿ 300 ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਨੇ ਤੇ ਜਿਨ੍ਹਾਂ ਦਾ ਨਤੀਜਾ ਆਉਣਾ ਬਾਕੀ ਆ। ਉਹਨਾਂ ਇਹ ਵੀ ਕਿਹਾ ਕਿ ਕਰੋਨਾ ਪੋਜ਼ਿਟਿਵ ਪੀੜਤ ਦਾ ਰਾਜਪੁਰੇ ਦੇ ਇੱਕ ਨਾਮੀ ਸਿਆਸਤਦਾਨ ਦੇ ਪਰਿਵਾਰਕ ਮੈਂਬਰਾਂ ਦਾ ਵੀ ਨਾਮ ਸ਼ਾਮਲ ਹੈ, ਜਿਸ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਰਾਜਪੁਰਾ 'ਚ ਅੰਨ੍ਹੇਵਾਹ ਕਰੋਨਾ ਫੈਲਣ ਦੇ ਅਸਲ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਡੂੰਘੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਇਸ ਪਿੱਛੇ ਹੁੱਕਾ ਪਾਰਟੀਆਂ ਤੇ ਸੱਟਾਬਾਜ਼ੀ ਨਾਲ ਜੁੜੀਆਂ ਸਰਗੋਸ਼ੀਆਂ ਸ਼ਾਮਲ ਹਨ। ਇਸ ਸੰਬੰਧੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲਿਆਉਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੀਵਨ ਸਾਥਣ ਪ੍ਰਨੀਤ ਕੌਰ ਇਸੇ ਇਲਾਕੇ ਦੇ ਚੁਣੇ ਹੋਏ ਲੋਕ ਸਭਾ ਮੈਂਬਰ ਹਨ। ਔਰ ਇਸੇ ਤਰ੍ਹਾਂ ਜਿਹੜੇ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੀ ਹਲਕਾ ਪ੍ਰਧਾਨ ਨੀਨਾ ਮਿੱਤਲ ਨੇ ਵੀ ਕਿਹਾ ਕਿ ਇਸ ਪਿੱਛੇ ਇੱਕ ਸਿਆਸੀ ਪੁਸ਼ਤ ਪਨਾਹੀ ਹੇਠ ਹੀ ਰਾਜਪੁਰਾ 'ਚ ਪਿਛਲੇ ਲੰਮੇ ਸਮੇਂ ਤੋਂ ਸੱਟੇਬਾਜ਼ੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੋਇਆ। ਔਰ ਜਿਹੜੇ ਕਰੋਨਾ ਨਾਲ ਕੇਸ ਵਧੇ ਨੇ, ਇਹਦੇ ਪਿੱਛੇ ਇਹ ਹੈ ਕਿ ਇੱਥੇ ਹੁੱਕਾ ਪਾਰਟੀਆਂ ਤੇ ਸੱਟੇਬਾਜ਼ੀ ਚੱਲ ਰਹੀ ਆ। ਇੱਕ ਹੋਰ ਵੱਡਾ ਮਸਲਾ ਪੰਜਾਬ ਵਾਸਤੇ ਆ ਕਿ ਉੱਥੇ ਇੱਕਦਮ ਜਿਹੜੇ ਕੇਸਾਂ ਦਾ ਕਿਉਂ ਵਾਧਾ ਹੋ ਰਿਹਾ, ਇਹਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਆਪਣਾ ਪੱਖ ਸਾਹਮਣੇ ਰੱਖਿਆ ਔਰ ਇਲਜ਼ਾਮ ਵੀ ਲਗਾਏ ਨੇ। ਇਲਜ਼ਾਮ ਦੇ ਨਾਲ ਨਾਲ ਸਰਕਾਰ ਨੂੰ ਬੇਨਤੀ ਵੀ ਕੀਤੀ ਆ ਕਿ ਇਸ ਪੂਰੇ ਮਸਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਕਿ ਇੱਕਦਮ ਇੰਨੇ ਜਿਹੜੇ ਕੇਸ ਆ ਉਹ ਕਿਉਂ ਵੱਧ ਰਹੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜੀ ਇਹ ਮੰਗ ਆ ਉਹ ਕੀਤੀ ਆ ਔਰ ਲਗਾਤਾਰ ਇਸ ਮਸਲੇ 'ਤੇ ਲੋਕਾਂ ਨੂੰ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ, ਪਰ ਨਾਲ ਦੀ ਨਾਲ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਵੀ ਹੋ ਰਿਹਾ ਔਰ ਇਹਨੂੰ ਲੈ ਕੇ ਹੀ ਪੂਰਾ ਪੰਜਾਬ ਹੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਔਰ ਨਾਲ ਵੀ ਦੇਸ਼ ਵੀ ਡੁੱਬਿਆ ਆ ਚਿੰਤਾ ਦੇ ਵਿੱਚ ਕਿ ਜਿਹੜੀ ਮਹਾਂਮਾਰੀ ਆ ਉਹ ਕਦੋਂ ਖਤਮ ਹੋਏਗੀ। ਲੇਕਿਨ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ 'ਚ ਵੀ ਕੇਸਾਂ 'ਚ ਵਾਧਾ ਹੋ ਰਿਹਾ, ਲੇਕਿਨ ਨਾਲ ਦੇ ਨਾਲ ਸਰਕਾਰ ਵੀ ਕੋਸ਼ਿਸ਼ ਲੱਗੀ ਹੋਈ ਆ ਕਿ ਇਹਨੂੰ ਰੋਕਿਆ ਜਾਵੇ। ਲੋਕਾਂ ਤੋਂ ਉਮੀਦ ਵੀ ਕੀਤੀ ਜਾ ਰਹੀ ਹੈ, ਲੋਕਾਂ ਤੋਂ ਭਰੋਸਾ ਵੀ ਲਿਆ ਜਾ ਰਿਹਾ ਔਰ ਲੋਕਾਂ ਨੂੰ ਸਾਥ ਦੇਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈਗਾ ਕਿ ਇਸ ਲੜਾਈ ਦੇ ਵਿੱਚ, ਇਸ ਯੁੱਧ ਦੇ ਵਿੱਚ ਲੋਕਾਂ ਦੀ, ਜਨਤਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਆ ਔਰ ਅਸੀਂ ਸਾਰੇ ਹੀ ਰਲ ਕੇ ਇਸ ਲੜਾਈ ਨੂੰ ਕਾਬੂ ਪਾ ਸਕਦੇ। ਇਸ ਲੜਾਈ 'ਤੇ ਲੈ ਕੇ ਅਸੀਂ ਜਿੱਤਣ ਵਾਸਤੇ ਹੀ ਲੋਕਾਂ ਦਾ ਸਹਿਯੋਗ ਮੰਗ ਰਹੇ ਹੈਗੇ ਔਰ ਲੋਕ ਵੀ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਕਿ ਇਸ ਮਹਾਂਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਲੇਕਿਨ ਕੁੱਲ ਮਿਲਾ ਕੇ ਕਹਿ ਸਕਦੇ ਕਿ ਜਿਹੜੀ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਤੁਹਾਡੇ ਸਾਹਮਣੇ ਆ ਔਰ ਅਸੀਂ ਵੀ ਅਪੀਲ ਕਰਦੇ ਹਾਂ ਕਿ ਇਸ ਲੜਾਈ ਦੇ ਵਿੱਚ, ਇਸ ਯੁੱਧ ਦੇ ਵਿੱਚ ਹਰ ਇੱਕ ਨਾਗਰਿਕ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਜਿੰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਔਰ ਇਸ ਲੜਾਈ ਦੇ ਵਿੱਚ ਹਰ ਇੱਕ ਦੀ ਜਿਹੜੀ ਭੂਮਿਕਾ ਉਹ ਬਹੁਤ ਮਹੱਤਵਪੂਰਨ ਹੈ ਤੇ ਅਸੀਂ ਸਾਰੇ ਰਲ ਕੇ ਹੀ ਇਸ ਲੜਾਈ ਨੂੰ ਜਿੱਤਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ।